ਰਾਮਦਾਸ ਜੀ ਮਾਰੇ ਪਹਿਲਾਂ ਕਰ ਦਿੰਦੇ 10 ਮਿੰਟ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਜੀ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ। ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦੁਰ ਪਰਮ ਕਿਰਪਾਲਾ। ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਤਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਗੁਰ ਕਾ ਸ਼ਬਦ ਕਮਾਏ ਜਿਨ। ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ। आप लेहो तुम कथा सुधारी। हम ना सकत कार सिफत तुम्हारी। आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਪੁਨ ਸ੍ਰੀ ਹਰਿਗੋਬਿੰਦ ਗੁਰ ਹੋਏ। ਪ੍ਰਭ ਪੀਰੀ ਅਰ ਮੀਰੀ ਦੋਏ। ਜਨਮ ਲੀਨ ਜਹ ਗ੍ਰਾਮ ਵਡਾਲੀ। ਬਲੀ ਮਹਿਦ ਤਨ ਡੀਲ ਬਿਸਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਧੰਨ ਧੰਨ ਕਲਯੁਗ ਦੇ ਤਾਰਨਹਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਦੇ ਅਤਿਅੰਤ ਵਡਭਾਗੇ ਨੇ ਜੋ ਆਪ ਜੀ ਨੇ ਸਮੂਹ ਸੰਗਤ ਨੇ ਰਲ ਮਿਲ ਕੇ ਗੁਰਬਾਣੀ ਦੇ ਅੰਮ੍ਰਿਤਮਈ ਰਸ ਭਿੰਨੇ ਕੀਰਤਨ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਫਰੀਦਕੋਟੀਏ ਵਾਲਿਆਂ ਤੋਂ ਸਰਵਣ ਕੀਤੇ ਨੇ। ਭਾਈ ਸਾਹਿਬ ਜੀ ਬਹੁਤ ਅੰਮ੍ਰਿਤਮਈ ਸ਼ਬਦ ਗੁਰਬਾਣੀ ਦੇ ਗਾਇਨ ਕਰ ਰਹੇ ਸੀਗੇ। ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ। ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਆਪਣੇ ਅਤਿਅੰਤ ਪਿਆਰੇ ਸਿੱਖ ਆਪਣੇ ਅਤਿਅੰਤ ਪਿਆਰੇ ਗੁਰ ਭਾਈ ਸੁਦਾਮਾ ਜੀ ਲਈ ਤਖਤ ਛੱਡ ਕੇ ਆਪਣਾ ਸਿੰਘਾਸਨ ਛੱਡ ਕੇ ਦੁਆਰਕਾ ਦੇ ਅੰਦਰ ਨੰਗੇ ਪੈਰੀ ਚੱਲ ਕੇ ਆਏ, ਉਹ ਕੀਰਤਨ ਤੁਸੀਂ ਸਾਰੀ ਸੰਗਤ ਨੇ ਸਰਵਣ ਕੀਤਾ ਹੈ। ਜੋ ਮਿਸਾਲ ਧਰਤੀ ਦੇ ਉੱਤੇ ਪ੍ਰੇਮਾ ਭਗਤੀ ਦੀ ਮਿੱਤਰਤਾ ਦੀ ਭਗਵਾਨ ਕ੍ਰਿਸ਼ਨ ਤੇ ਸੁਦਾਮਾ ਦੀ
ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਅੰਦਰ ਅੰਕਿਤ ਕੀਤੀ ਹੈ। ਅੱਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਗੁਰਪੁਰਬ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਚੌਥੀ ਪਾਤਸ਼ਾਹੀ ਹੋਏ ਨੇ। ਕੱਲ ਅਸੀਂ ਗੁਰੂ ਪ੍ਰਣਾਲੀ ਦੇ ਅੰਦਰ ਗੁਰੂ ਦੀ ਕਿਰਪਾ ਸਦਕਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਰਿਵਾਰਿਕ ਜੀਵਨ, ਗੁਰਤਾ ਗੱਦੀ ਤੇ ਬੈਠਣਾ ਤੇ ਜੋਤੀ ਜੋਤ ਸਮਾਉਣ ਦਾ ਪੰਛੀ ਝਾਤ ਵੱਲੋਂ ਇਤਿਹਾਸ ਸਰਵਣ ਕੀਤਾ ਸੀ। ਅੱਜ ਸੰਗਤ ਵੱਲੋਂ ਹੁਕਮ ਹੋਇਆ ਸੀ ਕਿ ਲੜੀਵਾਰ ਕਥਾ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੇ ਉੱਤੇ ਜੋ ਅੱਜ ਵਾਲਾ ਦਿਹਾੜਾ ਹੈ ਉਹਦੇ ਤੇ ਜ਼ਰੂਰ ਇਤਿਹਾਸਿਕ ਚਾਨਣਾ ਪਾਇਆ ਜਾਵੇ। ਸੰਗਤ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਆਓ ਪ੍ਰੇਮ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਪ੍ਰਸੰਗ ਸਰਵਣ ਕਰੀਏ। ਉਪਰੰਤ ਫੇਰ ਲੜੀਵਾਰ ਕਥਾ ਗੁਰੂ ਹਰਗੋਬਿੰਦ ਸਾਹਿਬ ਦੀ ਜੋ ਗੁਰੂ ਪ੍ਰਣਾਲੀ ਵੱਲੋਂ ਸ਼ੁਰੂ ਹੋ ਰਹੀ ਹੈ ਉਹ ਸਰਵਣ ਕਰਾਂਗੇ। ਪ੍ਰੇਮ ਦੇ ਨਾਲ ਆਖਣਾ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੰਗਤ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਲਿਖਿਆ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਗੁਰਤਾ ਗੱਦੀ ਦੀ ਦਾਤ ਹੈ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੱਥਾ ਟੇਕ ਕੇ ਬਾਬਾ ਬੁੱਢਾ ਜੀ ਨੇ ਤਿਲਕ ਲਾ ਕੇ ਅੱਜ ਵਾਲੇ ਦਿਨ ਦਿੱਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਇੱਕ ਵਾਰੀ ਜਦੋਂ ਗੋਇੰਦਵਾਲ ਸਾਹਿਬ ਆਏ, ਉਹਨਾਂ ਨੇ ਆਪਣੇ ਮਾਮੇ ਪਰਿਵਾਰ ਤੋਂ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ ਤੋਂ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਤੋਂ ਪੁੱਛਿਆ ਬਈ ਸਾਡੇ ਪਿਤਾ ਜੀ, ਸਾਡੇ ਨਾਨਾ ਜੀ ਕਿਸ ਤਰ੍ਹਾਂ ਇਸ ਧਰਤੀ ਤੇ ਰਹੇ, ਕਿਸ ਤਰ੍ਹਾਂ ਸਾਡੇ ਪਿਤਾ ਨੂੰ ਗੁਰਤਾ ਗੱਦੀ ਮਿਲੀ, ਉਹ ਕਥਾ ਸਾਨੂੰ ਸਰਵਣ ਕਰਾਓ। ਜਿਸ ਤਰ੍ਹਾਂ ਤੁਸੀਂ ਸੰਗਤ ਨੇ ਹੁਕਮ ਲਾਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਕਦੀ ਉਹ ਫੁਰਨਾ ਬਣਾਇਆ ਸੀ ਵੀ ਅਸੀਂ ਆਪਣੇ ਪਿਤਾ ਗੁਰਦੇਵ ਦਾ ਪ੍ਰਸੰਗ ਸੁਣੀਏ ਗੁਰਤਾ ਗੱਦੀ ਦਾ। ਤਦੋਂ ਉੱਥੇ ਬਾਬਾ ਮੋਹਣ ਜੀ ਮੌਜੂਦ ਸੀਗੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਨੇ। ਗੁਰੂ ਅਮਰਦਾਸ ਜੀ ਤੀਜੀ ਪਾਤਸ਼ਾਹੀ ਹੋਏ ਨੇ। ਉਹਨਾਂ ਦੇ ਦੋ ਪੁੱਤਰ ਨੇ, ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ। ਤੇ ਬਾਬਾ ਮੋਹਣ ਜੀ ਸੀਗੇ ਉਹ ਮਸਤਾਨੇ ਸੀਗੇ, ਬ੍ਰਹਮ ਗਿਆਨ ਚ ਬਿਰਤੀ ਦ੍ਰਿੜ ਰਹਿੰਦੀ ਸੀ, ਨਾ ਸੋਗ ਵਿੱਚ ਨਾ ਗਮ ਵਿੱਚ ਕਿਸੇ ਨੂੰ ਬੁਲਾਉਂਦੇ ਨਹੀਂ ਸਨ। ਜਿਹੜੇ ਬਾਬਾ ਮੋਹਰੀ ਜੀ ਸਨ, ਉਹਨਾਂ ਨੇ ਕਿਹਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਮਿਲੀ ਹੈ ਤਦੋਂ ਮੇਰੀ ਉਮਰ 17 ਸਾਲ ਦੀ ਸੀਗੀ ਤੇ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਪਿਤਾ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਤੋਂ ਗੁਰਿਆਈ ਗੱਦੀ ਦਾ ਤਿਲਕ ਆਪ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਨੂੰ ਭਾਈ ਜੇਠਾ ਜੀ ਨੂੰ ਲਗਵਾਇਆ। ਤੇ ਜਦੋਂ ਗੁਰਤਾ ਗੱਦੀ ਦਾ ਤਿਲਕ ਲਵਾਇਆ ਤੇ ਉੱਥੇ ਬਾਬਾ ਮੋਹਰੀ ਜੀ ਦੇ ਪੁੱਤਰ ਦਾ ਨਾਮ ਸੀ ਬਾਬਾ ਆਨੰਦ ਜੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 917 ਅੰਗ ਤੋਂ ਲੈ ਕੇ 923 ਅੰਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਆਉਂਦਾ, ਜਿਹੜਾ ਅਸੀਂ ਸਾਰੇ ਗੁਰਸਿੱਖ ਪਿਆਰੇ ਪੰਜਵੀਂ ਬਾਣੀ ਅੰਮ੍ਰਿਤ ਦੀ ਦਾਤ ਦੇ ਅੰਦਰ ਪੜ੍ਹਦੇ ਹਾਂ, ਸ੍ਰੀ ਆਨੰਦ ਸਾਹਿਬ ਦੀ ਬਾਣੀ। ਤੇ ਉਹ ਬਾਬਾ ਮੋਹਰੀ ਜੀ ਦੇ ਪੁੱਤਰ ਸਨ ਬਾਬਾ ਆਨੰਦ ਜੀ। ਉਹਨਾਂ ਦੇ ਪੁੱਤਰ ਸੀ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਬਾਣੀ ਅੱਗੇ 923 ਤੇ 924 ਅੰਗ ਦੇ ਉੱਤੇ ਰਾਮਕਲੀ ਸੱਤ ਹੈ। ਉਹ ਰਾਮਕਲੀ ਸੱਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸ਼ਬਦ ਲਿਖਿਆ ਹੋਇਆ ਹੈ, ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸਾ ਪੈਰੀ ਪਾਏ ਜਿਉ। ਬਾਬਾ ਮੋਹਰੀ ਜੀ ਕਹਿੰਦੇ ਮੈਨੂੰ ਤੇ ਸਾਰੀ ਸੰਗਤ ਨੂੰ ਹੁਕਮ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਮੱਥਾ ਟੇਕੋ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਵੀ ਅੱਜ ਤੋਂ ਗੁਰਤਾ ਗੱਦੀ ਦੇ ਉੱਤੇ ਉਹ ਸੁਭਾਇਮਾਨ ਹੋਣਗੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਨਾ ਬਾਬਾ ਮੋਹਣ ਨੂੰ ਤੇ ਨਾ ਹੀ ਬਾਬਾ ਮੋਹਰੀ ਜੀ ਨੂੰ। ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਪੁੱਤਰਾਂ ਦੇ ਅੰਦਰ ਬਾਬਾ ਮੋਹਰੀ ਜੀ ਦਾ ਕੇਵਲ ਨਾਮ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 'ਚ ਆਉਂਦਾ, ਕਿਉਂਕਿ ਉਹਨਾਂ ਨੇ ਬਚਨ ਮੰਨਿਆ ਗੁਰੂ ਦਾ। ਜਿੱਦਾਂ ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ, ਉਹਨਾਂ ਦੇ ਬਾਰੇ ਬਚਨ ਆਇਆ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀ ਹੈ। ਉਹਨਾਂ ਨੇ ਬਚਨ ਨਹੀਂ ਮੰਨਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਨੂੰ ਵੀ
ਉਹਨਾਂ ਨੇ ਵੀ ਬਚਨ ਨਹੀਂ ਕਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਮੰਨਿਆ ਤੇ ਉਹਨਾਂ ਨੂੰ ਵੀ ਗੁਰਿਆਈ ਗੱਦੀ ਦੇ ਅੰਦਰ ਜੋ ਗੁਰੂ ਘਰ ਦੀ ਵਡਿਆਈ ਸੀ ਉਸ ਤੋਂ ਥੋੜੀ ਜੀ ਛੀਨਤਾ ਰਹਿ ਗਈ। ਪਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਬਾਬਾ ਮੋਹਰੀ ਜੀ ਨੇ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਗੁਰੂ ਰਾਮਦਾਸ ਮਹਾਰਾਜ ਦੇ ਪੈਰੀ ਪਏ। ਪਰ ਬਾਬਾ ਮੋਹਨ ਜੀ ਸੀਗੇ ਜੋ ਵੱਡੇ ਸੁਪੁੱਤਰ ਸੀਗੇ, ਗੁਰਦੁਆਰਾ ਚੁਬਾਰਾ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜਿਨ੍ਹਾਂ ਦੀ ਸਮਾਧੀ ਬਿਰਤ ਰਹਿੰਦੇ ਸੀ, ਉਹਨਾਂ ਨੇ ਕਿਹਾ ਅਸੀਂ ਨਹੀਂ ਮੱਥਾ ਟੇਕਾਂਗੇ। ਗੁਰੂ ਮਹਾਰਾਜ ਨੇ ਬਚਨ ਕਰ ਦਿੱਤਾ ਤੁਹਾਡੇ ਅਫਰੇਵਾ ਆ ਗਿਆ। ਅਫਰੇਵਾ ਆਉਣ ਦਾ ਮਤਲਬ ਹੈ ਆਪਣੇ ਆਪ ਨੂੰ ਈਗੋਇਸਟਿਕ ਹੋ ਜਾਣਾ, ਹੰਕਾਰੀ ਹੋ ਜਾਣਾ। ਕਿਹਾ ਤੁਸੀਂ ਹੁਣ ਇਹਨਾਂ ਦੇ ਪੁੱਤਰਾਂ ਦੇ ਅੱਗੇ ਸੀਸ ਨਿਵਾਓਗੇ। ਫਿਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਹੁਣ ਆਏ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾ ਰਹੇ ਸੀਗੇ ਰਾਮਸਰ ਦੀ ਧਰਤੀ ਤੇ ਭਾਈ ਗੁਰਦਾਸ ਜੀ ਤੋਂ, ਉਸ ਵੇਲੇ ਜਦੋਂ ਪੋਥੀਆਂ ਲੈਣ ਆਏ, ਕਿਉਂਕਿ ਪਹਿਲੇ ਪਾਤਸ਼ਾਹ ਦੀ ਬਾਣੀ, ਦੂਸਰੇ ਪਾਤਸ਼ਾਹ ਦੀ ਬਾਣੀ ਤੇ ਤੀਸਰੇ ਪਾਤਸ਼ਾਹ ਦੀ ਬਾਣੀ ਸ਼੍ਰੀ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਕੋਲ ਪਈ ਸੀ, ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਕੋਲ। ਉਹ ਪੋਥੀਆਂ ਵੀ ਇਕੱਠੀਆਂ ਕਰਕੇ ਬੀੜ ਲਿਖਾਉਣੀ ਸੀਗੀ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੈਣ ਆਏ ਤੇ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਸੀਗਾ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰ ਆਣ ਨਿਵਾਇਆ। ਉਹਨਾਂ ਨੇ ਬਖੀਲੀ ਕੀਤੀ, ਗੁਰੂ ਸਾਹਿਬ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ ਸੀ ਤਦ ਵੇਲੇ। ਫਿਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪੋਥੀਆਂ ਲੈਣ ਗਏ, ਤਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ, ਸੱਚੇ ਪਾਤਸ਼ਾਹ ਨੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਉਸ ਵੇਲੇ ਬਾਬਾ ਮੋਹਨ ਜੀ ਪੋਥੀਆਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਥਾ ਟੇਕਿਆ ਤੇ ਸੱਚੇ ਪਾਤਸ਼ਾਹ ਨੂੰ ਪੋਥੀਆਂ ਦਿੱਤੀਆਂ। ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਗੁਰਤਾ ਗੱਦੀ ਦਾ ਪ੍ਰਸੰਗ ਸੀ, ਉਹ ਸਾਰਾ ਹੀ ਪ੍ਰਸੰਗ ਬਾਬਾ ਮੋਹਰੀ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੁਣਾਇਆ। ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੱਤਾ ਤੇ ਬਲਵੰਡ ਲਿਖਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸੇਰਿਆ ਤਿਨਹਿ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਸਰੂਪ ਧਾਰ ਲਿਆ। ਪਰਮੇਸ਼ਵਰ ਨੇ ਧਰਤੀ ਤੇ ਉਤਾਰ ਲੈਣਾ ਸੀ ਪਾਪੀ ਜੀਵਾਂ ਨੂੰ ਤਾਰਨ ਦੇ ਲਈ, ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਤਾਰਨ ਦੇ ਲਈ। ਤੇ ਪਰਮੇਸ਼ਵਰ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਰੂਪ ਧਾਰਨ ਕਰਕੇ ਧਰਤੀ ਤੇ ਅਵਤਾਰ ਧਾਰਨ ਕਰ ਲਿਆ। ਤੇ ਮਹਾਰਾਜ ਜੀ ਬਾਰੇ ਲਿਖਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸੇਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ, ਸੰਗਤਾਂ ਨੇ ਤਾਂ ਨਮਸਕਾਰ ਕੀਤਾ ਹੀ ਕੀਤਾ। 33 ਕਰੋੜ ਦੇਵੀ ਦੇਵਤਿਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਉੱਤੇ ਮੱਥਾ ਟੇਕਿਆ। ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੇ ਨਮਸਕਾਰਾ। 33 ਕਰੋੜ ਦੇਵੀ ਦੇਵਤੇ 68 ਤੀਰਥ ਇਸ਼ਨਾਨ ਬਣ ਗਿਆ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਜਿਹੜੇ ਵਿਅਕਤੀਆਂ ਦੇ ਅੰਦਰ ਮਨ ਨਹੀਂ ਸਥਿਰ ਹੁੰਦਾ ਸੀ, ਕਾਮ ਤੇ ਕ੍ਰੋਧ ਉਛਾਲੇ ਮਾਰਦਾ ਸੀ, ਉਹਨਾਂ ਦਾ ਮਨ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ, ਅੱਜ ਤੁਸੀਂ ਵੀ ਸਾਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕੀਤੇ ਨੇ। ਜਦੋਂ ਤੁਸੀਂ ਉੱਥੇ ਅੰਮ੍ਰਿਤ ਵੇਲੇ ਜਾਂਦੇ ਹੋ, ਤੁਸੀਂ ਸਾਰੇ ਵੀ ਇਹ ਗੱਲ ਮਹਿਸੂਸ ਕਰਦੇ ਹੋ ਵੀ ਜਿੰਨਾ ਮਨ ਉੱਥੇ ਟਿਕਦਾ ਹੈ ਅੰਮ੍ਰਿਤ ਵੇਲੇ, ਉਨਾ ਮਨ ਹੋਰ ਕਿਤੇ ਨਹੀਂ ਟਿਕਦਾ। ਤੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਇਹ ਬਖਸ਼ਿਸ਼ ਹੈ। ਜਿਹੜਾ ਭਜਨ ਬੰਦਗੀ ਦੇ ਅੰਦਰ ਆਪਣੀ ਬਿਰਤੀ ਦੀ ਇਕਾਗਰਤਾ ਚਾਹੁੰਦਾ ਹੈ, ਉਹ ਹਰਮੰਦਰ ਸਾਹਿਬ ਦੇ ਅੰਦਰ ਅੰਮ੍ਰਿਤ ਵੇਲੇ ਕੀਰਤਨ ਸੁਣੇ, ਸੇਵਾ ਕਰੇ, ਗੁਰਬਾਣੀ ਪੜ੍ਹੇ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਧੰਨ ਸੁ ਤੇਰਾ ਥਾਨ ਹੈ। ਧੰਨ ਹੈ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ। ਸੱਚ ਤੇਰਾ ਪੈ ਸਕਾਰਿਆ। ਹੇ ਸੱਚੇ ਪਾਤਸ਼ਾਹ, ਜਿਹੜਾ ਤੁਹਾਡਾ ਪਸਾਰਾ ਹੈ ਭਗਤੀ ਦਾ, ਤੁਹਾਡਾ ਜਿਹੜਾ ਤਾਣ ਹੈ ਨਿਮਾਨਤਾ ਦਾ, ਉਹ ਪੈਸਰਿਆ ਹੋਇਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਤੁਸੀਂ ਮਹਾਰਾਜ ਗੁਰੂ ਨਾਨਕ ਦੇਵ ਜੀ ਹੋ, ਤੁਸੀਂ ਗੁਰੂ ਅੰਗਦ ਦੇਵ ਜੀ ਹੋ, ਤੁਸੀਂ ਗੁਰੂ ਅਮਰਦਾਸ ਜੀ ਹੋ। ਦਸਵੇਂ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਵੀ ਗੱਲ ਲਿਖੀ ਹੈ, ਸ਼੍ਰੀ ਨਾਨਕ ਅੰਗਦ ਘਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ।
ਕਹਿੰਦੇ ਭਿੰਨ ਭਿੰਨ ਕਰਕੇ ਗੁਰੂਆਂ ਨੂੰ ਕਾਫੀਆਂ ਨੇ ਮੰਨਿਆ, ਪਰ ਜਿਹੜੇ ਗੁਰਮੁਖ ਪਿਆਰੇ ਨੇ, ਸੰਗਤ ਹੈ ਜਿਹੜੀ ਗੁਰੂ ਦੀ ਪਿਆਰੀ ਸੰਗਤ ਹੈ, ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦੇ ਅੰਦਰ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਅੰਦਰ ਤੇ ਗੁਰੂ ਅਮਰਦਾਸ ਜੀ ਦੇ ਅੰਦਰ ਭੇਦ ਨੂੰ ਨਹੀਂ ਜਾਣਿਆ। ਸੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦੀ, ਜਿਨ੍ਹਾਂ ਦਾ ਅਵਤਾਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ, ਉਹ ਸਾਰੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਹੈ, ਜਿਨ੍ਹਾਂ ਦੇ ਬਾਰੇ ਭੱਟਾ ਨੇ ਲਿਖਿਆ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਸਾਡੇ ਅੰਦਰ हे ਗੁਰੂ ਰਾਮਦਾਸ ਜੀ ਕੋਈ ਗੁਣ ਨਹੀਂ ਹੈ, ਹਮ ਅਵਗੁਣ ਭਰੇ। ਇਹ ਸਰਲ ਬਾਣੀ ਹੈ, ਸਾਰਿਆਂ ਨੂੰ ਸਮਝ ਆ ਰਹੀ ਹੈ। ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਅਸੀਂ ਤੁਹਾਡੀ ਬਾਣੀ ਨਹੀਂ ਪੜ੍ਹਦੇ, ਅਸੀਂ ਬਿਖੈ ਖਾਂਦੇ ਆ। ਬਿਖ ਕੀ ਹੁੰਦੀ ਹੈ? ਜ਼ਹਿਰ ਖਾਣਾ। ਉਹ ਕੀ ਹੈ? ਨਿੰਦਾ ਕਰਦੇ ਆ ਮੂੰਹ ਤੋਂ, ਅੱਖਾਂ ਤੋਂ ਪਰਾਇਆ ਰੂਪ ਦੇਖਦੇ ਆ, ਕੰਨਾਂ ਤੋਂ ਪਰਾਈ ਨਿੰਦਾ ਸੁਣਦੇ ਆ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਇਹ ਕਿਸੇ ਹੋਰ ਦੀ ਹਾਲਤ ਨਹੀਂ, ਇਹ ਮੈਂ ਆਪਣੀ ਹਾਲਤ ਦੱਸ ਰਿਹਾ। ਇਹ ਸਾਰੇ ਕਲਯੁਗੀ ਜੀਵਾਂ ਦੀ ਹਾਲਤ ਹੈ ਵੀ ਅਸੀਂ ਅੰਮ੍ਰਿਤ ਨਾਮ ਨੂੰ ਛੱਡ ਕੇ ਬਿਖੈ ਨੂੰ ਖਾਂਦੇ ਆ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ। ਅਸੀਂ ਭੁੱਲ ਗਏ ਆ ਕਿਹਦੇ ਅੰਦਰ? ਮਾਇਆ ਦੇ ਅੰਦਰ, ਮੋਹ ਦੇ ਅੰਦਰ, ਭਰਮ ਦੇ ਅੰਦਰ ਦੁਚਤਾਈ ਪੈ ਗਈ ਹੈ। ਪਰਮਾਤਮਾ ਨੇ 100 ਵਾਰੀ ਸਾਡਾ ਕਾਜ ਪਹਿਲਾਂ ਕੀਤਾ ਹੁੰਦਾ ਹੈ। ਅਸੀਂ ਅਰਦਾਸ ਕਰਕੇ ਜੇ ਗੁਰਦੁਆਰੇ ਤੋਂ ਬਾਹਰ ਹੀ ਜਾਂਦੇ ਆ, ਅਰਦਾਸ ਕਰਕੇ ਫਿਰ ਮਨ 'ਚ ਸੋਚੀ ਪੈ ਜੰਨੇ ਆ ਵੀ ਪਤਾ ਨਹੀਂ ਪਰਮਾਤਮਾ ਕਾਜ ਕਰੇਗਾ ਕਿ ਨਹੀਂ ਕਰੇਗਾ। ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਭੁੱਲੇ। ਭਰਮ ਦੇ ਅੰਦਰ ਭੁੱਲ ਜੰਨੇ ਆ ਅਸੀਂ। ਸਾਡੇ ਪਹਿਲਾਂ ਵੀ 100 ਵਾਰੀ ਕਾਜ ਪਰਮਾਤਮਾ ਨੇ ਸਵਾਰੇ ਨੇ, ਪਰ ਫਿਰ ਸਾਡੇ ਮਨ ਦੇ ਅੰਦਰ ਦ੍ਰਿੜਤਾ ਨਹੀਂ ਆਉਂਦੀ। ਭਰਮ ਪੈ ਭੁੱਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਧੀਆਂ ਪੁੱਤਰਾਂ ਦੇ ਅੰਦਰ, ਸਨੇਹ ਦੇ ਅੰਦਰ, ਪਰਾਏ ਰੂਪ ਦੇ ਅੰਦਰ ਸਾਡੀ ਬਿਰਤੀ ਜਾ ਕੇ ਖੁੱਭ ਜਾਂਦੀ ਹੈ। ਪਰ ਮਹਾਰਾਜ ਦਾ ਫਿਰ ਕੋਈ ਹੱਲ ਨਹੀਂ ਹੈ। ਅਸੀਂ ਸਾਰੇ ਕਲਯੁਗੀ ਜੀਵ ਆ, ਅਸੀਂ ਫਸ ਜੰਨੇ ਆ। ਕੀ ਕਰੀਏ? ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਫਿਰ ਸਾਡਾ ਕੁਝ ਨਹੀਂ ਹੋ ਸਕਦਾ। ਅੱਗੋਂ ਭੱਟ ਕਹਿੰਦੇ ਨੇ, ਭੱਟ ਸਾਹਿਬਾਨ ਕਹਿੰਦੇ ਨੇ, ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੇ ਮਿਲੰਥ ਜਮ ਤਰਾਸ ਮਿਟਾਈ। ਭੱਟ ਸਾਹਿਬਾਨ ਕਹਿੰਦੇ ਨੇ ਤੂੰ ਸੰਗਤ ਦੇ ਅੰਦਰ ਆ ਜਾ। ਇੱਕ ਇੱਥੇ ਉੱਤਮ ਪੰਥ ਹੈ, ਗੁਰੂ ਦੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਗੁਰੂ ਦੀ ਸੰਗਤ ਨਾਮ ਜਪ ਰਹੀ ਹੈ ਇੱਥੇ ਬੈਠ ਕੇ। ਪਤਾ ਨਹੀਂ ਤੁਹਾਡੇ ਅੰਦਰੋਂ ਅਸੀਂ 4 ਤਰ੍ਹਾਂ ਦੇ ਪੁਰਖ ਹੁੰਨੇ ਆ, ਮੁਮੋਕਸ਼ੂ, ਜਿਗਿਆਸੂ ਤੇ ਪਾਮਰ ਪੁਰਸ਼। ਪਾਮਰ ਪੁਰਸ਼ ਉਹ ਹੁੰਦਾ ਜਿਹੜਾ ਪਰਮਾਤਮਾ ਨੂੰ ਧਿਆਉਂਦਾ ਹੀ ਨਹੀਂ ਹੈ। ਮੁਮੋਕਸ਼ੂ ਹੁੰਦਾ ਜੋ ਮੁਕਤੀ ਦੀ ਇੱਛਾ ਰੱਖਦਾ ਹੈ। ਜਿਗਿਆਸੂ ਹੁੰਦਾ ਜੋ ਗਿਆਨ ਲੈ ਰਿਹਾ, ਸਾਡੇ ਵਰਗਾ ਪੁਰਸ਼ ਸੰਗਤ ਵਿੱਚ ਆ ਕੇ ਰੋਜ਼ ਸਿੱਖ ਰਿਹਾ। ਤੀਸਰਾ ਹੁੰਦਾ, ਚੌਥਾ ਹੁੰਦਾ ਬ੍ਰਹਮ ਗਿਆਨੀ, ਜਿਹਨੂੰ ਪਰਮਾਤਮਾ ਪ੍ਰਾਪਤ ਹੋ ਜਾਂਦਾ। ਉਹ ਵੀ ਸੰਗਤ ਹੀ ਬੈਠਾ ਹੈ ਸਾਡੇ 'ਚ ਕਿਤੇ। ਤੇ ਉਹ ਉਸ ਟਿਕੇ ਹੋਏ ਵਿਅਕਤੀ ਦੇ ਮਨ ਦੇ ਨਾਲ ਸਾਡਾ ਮਨ ਵੀ ਟਿਕ ਜਾਣਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੇ ਮਿਲੰਤ ਜਮ ਤਰਾਸ ਮਿਟਾਈ। ਉਹ ਉੱਤਮ ਪੰਥ ਗੁਰੂ ਦੀ ਸੰਗਤ ਹੈ। ਜੋ ਵੀ ਸੰਗਤ ਦੇ ਅੰਦਰ ਆ ਕੇ ਆਪਣੇ ਮਨ ਨੂੰ ਜੋੜੇਗਾ, ਤੇਹੇ ਮਿਲੰਤ ਜਮ ਤਰਾਸ ਮਿਟਾਈ, ਉਹਦੀ ਜਮਾਂ ਦੀ ਫਾਈ ਖਤਮ ਹੋ ਜਾਵੇਗੀ। ਸੋ ਅਸੀਂ ਸਾਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਿੱਖਾਂ, ਪਾਤਸ਼ਾਹ ਨੂੰ ਅਰਦਾਸ ਕਰੀਏ, ਮਹਾਰਾਜ ਸਾਡਾ ਵੀ ਮਨ ਤੁਹਾਡੀ ਤਰ੍ਹਾਂ ਸੇਵਾ ਦੇ ਅੰਦਰ ਦ੍ਰਿੜ ਹੋ ਜਾਵੇ। ਖਾਲਸਾ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਤੇ ਬਹੁਤ ਵੱਡੀ ਸੇਵਾਵਾਂ ਨੇ। ਉਹਨਾਂ ਦੀ ਸੇਵਾ ਦਾ ਕੋਈ ਅੰਤ ਨਹੀਂ ਹੈ ਤੇ ਨਾ ਹੀ ਉਹਨਾਂ ਦੀ ਸੇਵਾ ਦੇ ਅੰਦਰ ਕਦੀ ਕੋਈ ਊਣਤਾਈ ਰਹੀ ਹੈ। ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ, ਉਹਨਾਂ ਨੇ ਬਚਨ ਕਹੇ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਸਤਿਗੁਰ ਤਮ ਰਾਖ ਲੀਏ ਛਡਾਏ। हे ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮੈਂ ਤਾਂ ਇੱਕ ਯਤੀਮ ਬਾਲਕ ਸੀ, ਨਾ ਮੇਰੇ ਮਾਤਾ ਸਿਰ ਤੇ ਨਾ ਪਿਤਾ ਸਿਰ ਤੇ। ਤੁਸੀਂ ਸਿਰ ਤੇ ਹੱਥ ਰੱਖਿਆ, ਅੱਜ ਪੂਰਾ ਬ੍ਰਹਿਮੰਡ ਮੈਨੂੰ ਸੀਸ ਝੁਕਾਉਂਦਾ। ਸੋ ਖਾਲਸਾ ਜੀ, ਗੁਰੂ ਦੀ ਇੰਨੀ ਵੱਡੀ ਵਡਿਆਈ ਹੈ। ਜਿਹਦੇ ਸਿਰ ਦੇ ਉੱਤੇ ਗੁਰੂ ਹੱਥ ਰੱਖ ਦਿੰਦਾ ਹੈ, ਉਹ ਬਹੁਤ ਉਚਾਈਆਂ ਤੇ ਪਹੁੰਚ ਜਾਂਦਾ ਹੈ। ਪਰ ਇਹ ਗੱਲ ਯਾਦ ਰੱਖਣੀ ਹੈ, ਗੁਰੂ ਉਚਾਈਆਂ ਤੇ ਉਹਨੂੰ ਪਹੁੰਚਾਉਂਦਾ ਜਿਹੜਾ ਆਪਣੇ ਮਨ ਨੂੰ ਨੀਵਾਂ ਰੱਖਦਾ। ਜਿਹੜਾ ਆਪਣੇ ਆਪ ਨੂੰ ਕੁਝ ਸਮਝ ਕੇ ਇੱਥੇ ਆਂਦਾ ਨਾ, ਉਹ ਫਿਰ ਕੁਝ ਬਣ ਨਹੀਂ ਪਾਉਂਦਾ। ਜਿਹੜਾ ਝੁਕ ਕੇ ਆਂਦਾ ਗੁਰੂ ਘਰ ਦੇ ਅੰਦਰ, ਉਹ ਵੱਡੀ ਵਡਿਆਈਆਂ ਲੈ ਜਾਂਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੀ
ਸਾਰੀ ਸੰਗਤ ਨੂੰ ਵਧਾਈ ਹੋਵੇ। ਆਓ ਹੁਣ ਲੜੀਵਾਰ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਸ੍ਰੀ ਹਰਗੋਬਿੰਦ ਗੁਰ ਹੋਏ। ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਦਾ ਗੁਰ ਪ੍ਰਣਾਲੀ ਦਾ ਇਤਿਹਾਸ ਤੁਸੀਂ ਕੱਲ ਸਰਵਣ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰੂ ਬਣੇ, ਜਿਨ੍ਹਾਂ ਦਾ ਨਾਮ ਸੀਗਾ ਮਹਾਬਲੀ ਅਵਤਾਰ, ਵੱਡ ਜੋਧਾ, ਬਹੁ ਪਰਉਪਕਾਰੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਪ੍ਰਭ ਪੀਰੀ ਅਰ ਮੀਰੀ ਦੋਏ। ਗੁਰੂ ਹਰਗੋਬਿੰਦ ਸਾਹਿਬ ਗੁਰੂ ਘਰ ਦੇ ਅੰਦਰ ਇੱਕ ਨਵੀਂ ਰੀਤ ਚਲਾ ਦਿੱਤੀ। ਅੱਜ ਤੋਂ ਪਹਿਲਾਂ ਵੀ ਪੀਰ ਪੈਗੰਬਰ ਹੋਏ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ 'ਚ ਲਿਖਿਆ, 5 ਪਿਆਲੇ 5 ਪੀਰ। 5 ਪਿਆਲੇ ਹੋਏ ਨੇ, 5 ਗੁਰੂ ਸਾਹਿਬਾਨ ਹੋਏ ਨੇ। ਉਹਨਾਂ ਨੇ 5 ਪਿਆਲੇ ਪੀਤੇ, ਦਇਆ, ਸੰਤੋਖ, ਤਪ, ਸਤ, ਦਾਨ ਤੇ ਧਰਮ। 5 ਪਿਆਲੇ ਪੀਤੇ ਉਹਨਾਂ ਨੇ। ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਨੇ, ਗੁਰੂ ਰਾਮਦਾਸ ਜੀ ਨੇ ਤੇ ਗੁਰੂ ਅਰਜਨ ਦੇਵ ਜੀ ਨੇ। 5 ਪਿਆਲੇ ਪੀਤੇ ਉਹਨਾਂ ਨੇ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਅਵਤਾਰ ਹੋਇਆ ਨਾ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਕਰਵਾਈ ਚੰਦੂ ਦੀਵਾਨ ਨੇ ਰਾਵੀ ਦੇ ਕੰਢੇ ਲਾਹੌਰ ਵਿਖੇ, ਦਿਉਰਾ ਸਾਹਿਬ। ਉੱਥੇ ਮਹਾਰਾਜ ਨੇ ਜੋਤੀ ਜੋਤ ਸਮਾਣ ਵੇਲੇ 5 ਸਿੰਘ ਨਾਲ ਸੀਗੇ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਵਿਦਿਆ ਜੀ, ਭਾਈ ਲੰਗਾਹਾ ਜੀ ਤੇ ਭਾਈ ਤਿੰਗਾਣਾ ਜੀ। ਉਹ 5 ਸਿੰਘਾਂ ਨੂੰ ਮਹਾਰਾਜ ਨੇ ਬੇਨਤੀ ਕੀਤੀ ਵੀ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ ਤੇ ਗੁਰੂ ਘਰ ਦੇ ਅੰਦਰ ਭਗਤੀ ਤੇ ਸ਼ਕਤੀ ਦਾ ਸੁਮੇਰ ਧਾਰਨ ਕਰ ਲੈਣ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀ ਕਿਰਪਾਨਾਂ ਬਣਾਈਆਂ। ਖਾਲਸਾ ਜੀ, ਇਹ ਕਨਸੈਪਟ ਵੀ ਬੜਾ ਸਮਝਣੇ ਵਾਲਾ ਹੈ ਗੁਰੂ ਘਰ ਦੇ ਅੰਦਰ। ਅੱਜ ਕਈਆਂ ਦੇ ਮਨ ਦੇ ਅੰਦਰ ਇਹ ਸ਼ੰਕਾ ਆ ਜਾਂਦਾ ਹੈ ਵੀ ਗੁਰੂ ਸਾਹਿਬ ਮਹਾਰਾਜ ਨੂੰ ਸ਼ਸਤਰ ਰੱਖਣ ਦੀ ਕੀ ਲੋੜ ਸੀ। ਖਾਲਸਾ ਜੀ, 3 ਚੀਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲੇ ਹੁੰਦੀ ਹੈ ਇਸਤਰੀ ਘਰ ਦੀ, ਜਿਹੜੀ ਇਸਤਰੀ ਇੱਜ਼ਤ ਹੁੰਦੀ ਹੈ ਘਰ ਦੀ। ਇੱਕ ਪੁੱਤਰ ਹੁੰਦਾ, ਉਹ ਨਿਸ਼ਾਨ ਹੁੰਦਾ। ਉਸ ਦੀ ਰੱਖਿਆ ਦੇ ਲਈ ਜਿਹੜਾ ਮਰਦ ਹੁੰਦਾ ਹੈ ਘਰ ਦਾ, ਉਸ ਨੂੰ ਘਰ ਦੇ ਅੰਦਰ ਸਭ ਤੋਂ ਮੂਹਰੇ ਖੜਨਾ ਪੈਂਦਾ ਵੀ ਮੇਰੇ ਪੁੱਤਰ ਤੇ, ਮੇਰੀ ਇਸਤਰੀ ਤੇ, ਮੇਰੀ ਮਾਤਾ ਦੇ ਉੱਤੇ ਕੋਈ ਬੁਰੀ ਨਜ਼ਰ ਨਾ ਰੱਖੇ, ਮੇਰੇ ਪੁੱਤਰ ਨੇ ਉੱਤੇ ਕੋਈ ਹਾਨੀ ਨਾ ਹੋ ਜਾਵੇ। ਤੇ ਉਸ ਦੇ ਅੰਦਰ ਉਹ ਘਰ ਦੇ ਅੰਦਰ ਸੁਰੱਖਿਅਤ ਕਰਦਾ ਹੈ। ਜਿਹੜੇ 5 ਪਿਆਲੇ ਗੁਰੂ ਸਾਹਿਬ ਸੀਗੇ, ਉਹਨਾਂ ਨੇ ਗ੍ਰੰਥਾਂ ਦੀ ਰਚਨਾ ਕੀਤੀ, ਸਿੱਖਾਂ ਦੀ ਸੰਗਤ ਬਣਾ ਦਿੱਤੀ। ਹੁਣ ਜਿਵੇਂ ਜਿਵੇਂ ਪਾਪ ਵਧਿਆ, ਉਹ ਸਿੱਖਾਂ ਦੀ ਸੰਗਤ ਨੂੰ ਤੇ ਗ੍ਰੰਥਾਂ ਨੂੰ ਸੁਰੱਖਿਆ ਦੀ ਲੋੜ ਸੀਗੀ। ਜੇ ਅਸੀਂ ਘਰ ਦੇ ਅੰਦਰ ਸੋਨਾ ਰੱਖਿਆ, ਸੋਨਾ ਤਿਜੋਰੀ ਦੇ ਅੰਦਰ ਰੱਖਿਆ, ਬੜੀ ਸੁੰਦਰ ਤਿਜੋਰੀ ਹੈ, ਪਰ ਜਿਹੜਾ ਬਾਹਰ ਜਿੰਦਰਾ ਹੁੰਦਾ ਨਾ, ਲੋਹੇ ਦਾ ਲਾਣਾ ਪੈਂਦਾ। ਜੇ ਉਹ ਵੀ ਸੋਨੇ ਦਾ ਲਾ ਪਈਏ ਤੇ ਫਿਰ ਚੋਰ ਉਹ ਵੀ ਲੈ ਜਾਵੇਗਾ। ਸੇ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 5 ਪਿਆਲੇ 5 ਪੀਰ, ਦਇਆ, ਸਤ, ਸੰਤੋਖ, ਧਰਮ, ਇਹ 5 ਪਿਆਲੇ ਪਿਆਏ। ਉਹਦੇ ਬਾਅਦ ਛਟਮ ਪੀਰ ਬੈਠਾ ਗੁਰ ਭਾਰੀ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀ ਕਿਰਪਾਨਾਂ ਪਾ ਲਈਆਂ। ਮੀਰੀ ਦਾ ਅਰਥ ਹੁੰਦਾ ਹੈ ਕਿ ਜਿਹੜੀ ਭਗਤੀ ਕਰਨੀ, ਹੱਥ ਦੇ ਅੰਦਰ ਮਾਲਾ ਰੱਖਣੀ, ਤੇ ਪੀਰੀ ਜਿਹੜੀ ਭਗਤੀ ਨੂੰ ਬਚਾਉਣ ਦੇ ਲਈ ਹੁਣ ਸ਼ਕਤੀ ਦੀ ਲੋੜ ਸੀ, ਕਿਰਪਾਨ ਦੀ ਲੋੜ ਸੀ। ਤੇ ਪੀਰੀ ਨੂੰ ਬਚਾਉਣ ਦੇ ਲਈ ਮਹਾਰਾਜ ਨੇ ਮੀਰੀ ਧਾਰਨ ਕਰਵਾਈ, ਕਿਰਪਾਨ ਧਾਰਨ ਕਰਵਾਈ ਸਿੱਖਾਂ ਦੇ ਗਾਤਰੇ ਦੇ ਅੰਦਰ। ਪਰ ਕਿਰਪਾਨ ਦਾ ਅਰਥ ਤਲਵਾਰ ਨਹੀਂ ਹੈ। ਜਿਹੜੀ ਤਲਵਾਰ ਹੈ ਉਹ ਕਿਸੇ ਤੇ ਵੀ ਚੱਲ ਸਕਦੀ ਹੈ, ਜਿਹੜੀ ਕਿਰਪਾਨ ਹੈ ਉਹ ਕਿਰਪਾ ਦੇ ਲਈ ਚੱਲਦੀ ਹੈ। ਜਦੋਂ ਕਿਸੇ ਗਰੀਬ ਦੇ ਉੱਤੇ ਹਾਨੀ ਆ ਜਾਵੇ ਤੇ ਤਦੋਂ ਕਿਰਪਾਨ ਉਹਦੀ ਰਾਖੀ ਲਈ ਖੜੀ ਹੋ ਜਾਂਦੀ ਹੈ। ਤੁਸੀਂ ਕਈ ਵਾਰੀ ਵੀਡੀਓ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ, ਕਿਸੇ ਦੀ ਜਾਨ ਬਚਾਣੀ ਹੁੰਦੀ ਹੈ, ਕਈ ਵਾਰੀ ਸਿੱਖ ਆਪਣੀ ਪਗੜੀ ਲਾ ਕੇ ਵੀ ਦਰਿਆਵਾਂ ਦੇ ਅੰਦਰੋਂ ਜਾਨ ਬਚਾ ਲੈਂਦਾ। ਉੱਥੇ ਪਗੜੀ ਦੀ ਨਿਸ਼ਾਨੀ ਐ ਸੀਗੀ ਵੀ ਤੇਰੇ ਸਿਰ ਤੇ ਦਸਤਾਰ ਤਾਂ ਸਜਾਈ ਸੀ ਬਈ ਇਹ ਗਊ ਤੇ ਗਰੀਬ ਦੀ ਰੱਖਿਆ ਲਈ ਸੀਗੀ, ਤੇਰੇ ਸਿਰ ਦਾ ਤਾਜ ਤਾਂ ਐ ਬਣੀ ਹੈ। ਤੇਰੇ ਗਾਤਰੇ ਦੇ ਅੰਦਰ ਤਾਂ ਕਿਰਪਾਨ ਪਵਾਈ ਸੀ ਕਿ ਔਰੰਗਜ਼ੇਬ ਜਦੋਂ 9 ਤੇ 7 ਸਾਲ ਦੇ ਬੱਚਿਆਂ ਨੂੰ ਸ਼ਹੀਦ ਕਰਾਏਗਾ, ਫਿਰ ਬਾਬਾ ਬੰਦਾ ਸਿੰਘ ਬਹਾਦਰ, ਭਾਈ ਵਿਨੋਦ ਸਿੰਘ, ਬਾਜ ਸਿੰਘ, ਰਣ ਸਿੰਘ ਵਰਗੇ ਯੋਧੇ ਚੜ ਕੇ ਆਣਗੇ ਤੇ ਵਜ਼ੀਰ ਖਾਨ ਨੂੰ ਇੱਕੋ ਵਾਰ ਦੇ ਅੰਦਰ ਝਟਕਾ ਕੇ ਖਾਲਸੇ ਦੀ ਫਤਿਹ ਕਰਾਈ। ਸੋ ਖਾਲਸਾ ਜੀ, ਜੋ ਕਿਰਪਾਨ ਹੈ ਉਹ ਤਾਂ ਉੱਠਦੀ ਹੈ ਜਦੋਂ ਗਊ ਤੇ ਗਰੀਬ ਦੀ ਰੱਖਿਆ ਕਰਨੀ ਹੋਵੇ,
ਹਰ ਜਗ੍ਹਾ ਤੇ ਕਿਰਪਾਨ ਕੱਢਣ ਦੀ ਲੋੜ ਨਹੀਂ। ਦਸਵੇਂ ਪਾਤਸ਼ਾਹ ਨੇ ਖਾਲਸਾ ਤਾਂ ਸਾਜਿਆ, ਸ਼ਸਤਰ ਤਾਂ ਗਾਤਰੇ ਪਵਾਏ ਨੇ, ਕਿਸੇ ਦੇ ਉੱਤੇ ਰੋਹਬ ਦਿਖਾਉਣ ਦੇ ਲਈ ਨਹੀਂ, ਕੋਈ ਆਪਣੀ ਹਉਮੈ ਦੇ ਪ੍ਰਗਟਾਵੇ ਦੇ ਲਈ ਨਹੀਂ, ਬਲਕਿ ਨਾਮ ਜਪਾਣ ਦੇ ਲਈ ਤੇ ਗਊ ਤੇ ਗਰੀਬ ਦੀ ਰੱਖਿਆ ਦੇ ਲਈ ਸ਼ਸਤਰ ਪਵਾਇਆ ਗਾਤਰੇ ਦੇ ਅੰਦਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਹੁਣ ਇੱਕ ਅਸੀਂ ਦੂਸਰਾ ਕਨਸੈਪਟ ਸਮਝਦੇ ਹਾਂ ਐਕਸਟਰਨਲ ਰੂਪ ਦੇ ਅੰਦਰ। ਤੁਸੀਂ ਦਰਬਾਰ ਸਾਹਿਬ ਜਾਓ ਨਾ ਕਦੇ ਵੀ, ਤੇ ਜਿੱਥੇ ਦਰਬਾਰ ਸਾਹਿਬ ਦਾ 84 ਪੌੜੀਆਂ ਵਾਲਾ, ਜਿੱਥੋਂ ਅਸੀਂ 84 ਕਦਮ ਚੱਲ ਕੇ ਦਰਬਾਰ ਸਾਹਿਬ ਅੰਦਰ ਪਹੁੰਚਦੇ ਹਾਂ, ਉਸ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਸਾਹਿਬ ਦੇ ਬਿਲਕੁਲ ਬਾਹਰਲੇ ਪਾਸੇ ਦੋ ਨਿਸ਼ਾਨ ਸਾਹਿਬ ਲੱਗੇ ਨੇ, ਇੱਕ ਮੀਰੀ ਦਾ, ਇੱਕ ਪੀਰੀ ਦਾ। ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਹੈ ਉਹ ਛੋਟਾ ਹੈ, ਉਹ ਸ਼ਕਤੀ ਦਾ ਕੇਂਦਰ ਹੈ। ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਹੈ, ਜੋ ਭਗਤੀ ਦਾ ਕੇਂਦਰ ਹੈ, ਉਸ ਤੋਂ ਉੱਚਾ ਬਣਾਇਆ ਗਿਆ ਕਿ ਜਿਹੜੀ ਭਗਤੀ ਹੈ ਉਹ ਹਮੇਸ਼ਾ ਸ਼ਕਤੀ ਤੋਂ ਉੱਪਰ ਹੈ। ਜੇ ਕੋਈ ਭਗਤੀ ਕਰੇਗਾ ਉਸੇ ਨੂੰ ਸ਼ਕਤੀ ਦੀ ਪ੍ਰਾਪਤੀ ਹੋਵੇਗੀ। ਜੇ ਕੋਈ ਭਗਤੀ ਤੋਂ ਬਾਹਰ ਹੋ ਕੇ ਖਾਲੀ ਸ਼ਸਤਰ ਧਾਰਨ ਕਰਕੇ ਕਹੇ ਵੀ ਮੈਂ ਗੁਰੂ ਦਾ ਸਿੰਘ ਹਾਂ, ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਨੇ ਕਦੇ ਵੀ ਨਹੀਂ ਕਿਹਾ ਤੂੰ ਗਾਤਰੇ ਕਿਰਪਾਨ ਪਾ ਲੈ, ਅਸਲਾ ਪਾ ਲੈ ਤੇ ਤੂੰ ਮੇਰਾ ਸਿੱਖ ਬਣ ਜਾਵੇਂਗਾ। ਮਹਾਰਾਜ ਕਹਿੰਦੇ ਨਹੀਂ, ਜੇ ਤੂੰ ਨਾਮ ਦਾਨ ਇਸ਼ਨਾਨ ਕਰਦਾ ਹੈ, ਵੰਡ ਕੇ ਛਕਦਾ ਹੈ, ਇਸ ਧਰਮ ਦੇ ਉੱਤੇ ਚੱਲਦਾ ਹੈ, ਤੇ ਤੂੰ ਮੇਰੀ ਕਿਰਪਾਨ ਪਾਣ ਦਾ, ਅੰਮ੍ਰਿਤ ਦਾ ਪਾਨ ਕਰਨ ਦਾ ਹੱਕਦਾਰ ਹੈ। ਵਰਨਾ ਉਹ ਕੇਵਲ ਇੱਕ ਪਖੰਡ ਰਹਿ ਜਾਵੇਗਾ, ਉਸ ਦੇ ਅੰਦਰ ਭਗਤੀ ਦੀ ਕੋਈ ਗੱਲ ਨਹੀਂ ਰਹਿ ਜਾਵੇਗੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੀਂ ਪਾਤਸ਼ਾਹੀ ਨੂੰ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀ ਕਿਰਪਾਨਾਂ ਧਾਰਨ ਕਰਵਾਈਆਂ। ਜਨਮ ਲੀਨ ਜੇ ਗ੍ਰਾਮ ਵਡਾਲੀ। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਵਡਾਲੀ ਨਗਰ ਦੇ ਅੰਦਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਮਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਉਦਰ ਤੋਂ ਹੋਇਆ ਹੈ। ਬਲੀ ਮਹਿਦ ਤਨ ਢੀਲ ਵਿਸਾਲੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਗੇ ਇਤਿਹਾਸ ਆਣਾ ਹੈ, ਖੁੱਲ ਕੇ ਵਰਣਨ ਕਰਨਾ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਦੀ ਜੋ ਭੁਜਾਵਾਂ ਸੀਗੀਆਂ ਉਹ ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ, ਉਹਦੀਆਂ ਚੌੜੀਆਂ ਸੀਗੀਆਂ। ਗੁਰੂ ਹਰਗੋਬਿੰਦ ਸਾਹਿਬ ਦਾ ਕੱਦ ਜਿਹੜਾ ਸੀਗਾ ਉਹ 7 ਫੁੱਟ ਸੀਗਾ। ਹਰ 15 ਮਿੰਟ ਤੋਂ ਬਾਅਦ ਘੋੜਾ ਬਦਲਣਾ ਪੈਂਦਾ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜ਼ੋਰ ਦੇ, ਤੇਗ ਦਾ ਜੋ ਜ਼ੋਰ ਹੁੰਦਾ ਹੈ, ਜਦੋਂ ਤੇਗ ਚਲਾਈਦੀ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਜ਼ੋਰ ਸੀ ਤੇ ਜਿਹੜਾ ਦੁਸ਼ਮਣ ਘੋੜੇ ਤੇ ਬੈਠਾ ਸੀ ਉਹਨੂੰ ਕੱਟ ਜਾਂਦਾ ਸੀ। ਉਹਦੇ ਬਾਅਦ ਕਾਠੀ, ਘੋੜਾ ਤੇ ਧਰਤੀ ਦੇ ਅੰਦਰੋਂ ਵੀ ਇੱਕ ਗਿੱਠ ਕਿਰਪਾਨ ਥੱਲੇ ਨਿਕਲ ਜਾਂਦੀ ਸੀ। ਮਹਾਰਾਜ ਦੇ ਬਾਜੂਆਂ ਦੇ ਅੰਦਰ, ਭੁਜਾਵਾਂ ਦੇ ਅੰਦਰ ਇੰਨਾ ਬਲ ਸੀਗਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਸਤਰਧਾਰੀ ਸੀਗੇ। ਪਿਸਤੌਲ, ਕਿਰਪਾਨ, ਗੁਰਜ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧਨੀ ਸੀਗੇ, ਨਿਸ਼ਾਨਾ ਅਚੂਕ ਸੀ। ਦਾਰਾ ਤੀਨ ਸੁਸ਼ੀਲਾ ਵਿਆਹੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 3 ਵਿਆਹ ਹੋਏ ਨੇ, 3 ਮਹਿਲ ਨੇ ਪਾਤਸ਼ਾਹ ਦੇ। ਸਭ ਤੋਂ ਵੱਡੇ ਮਾਈ ਦਮੋਦਰੀ ਜੀ, ਉਦੋਂ ਤੋਂ ਬਾਅਦ ਮਾਤਾ ਮਰਵਾਹੀ ਜੀ, ਤੇ ਤੀਸਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਜੀ। ਇੱਕ ਦਮੋਦਰੀ ਦੁੱਤ ਮਰਵਾਹੀ। ਸਭ ਤੋਂ ਵੱਡੇ ਮਾਤਾ ਦਮੋਦਰੀ ਜੀ ਤੇ ਦੂਜੇ ਮਾਤਾ ਮਰਵਾਹੀ ਜੀ। ਨਾਮ ਨਾਨਕੀ ਤ੍ਰਿਤਿਆ ਕੇ ਰਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤੀਸਰੇ ਮਹਿਲਾਂ ਦਾ ਨਾਮ ਨਾਨਕੀ ਹੈ। ਮਨ ਸਿਮਰਤ ਜਿਨ ਅਨੰਦ ਕਨੇਰਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੇ ਕੋਈ ਵੀ ਸਿਮਰਨ ਕਰ ਲਵੇ, ਅੱਜ ਅਸੀਂ ਸਾਰੇ ਕੈਨੇਡਾ ਦੀ ਧਰਤੀ ਦੇ ਉੱਤੇ, ਸਾਰੇ ਅਸੀਂ ਜਿੰਨੇ ਵੀ ਬੈਠੇ ਆ, ਮੈਂ ਵੀ ਵਿੱਚੇ ਹੀ ਆਨਾ, ਸਾਰਿਆਂ ਨੂੰ ਸਾਨੂੰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ। ਜਿੱਥੇ ਵੀ ਕੋਈ ਬੈਠਾ ਉਹ ਕਹਿੰਦਾ ਵੀ ਮੇਰੀ ਲਾਈਫ 'ਚ ਪ੍ਰੋਬਲਮ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਇੱਕ ਗੱਲ ਲਿਖਦੇ ਨੇ, ਕਹਿੰਦੇ ਜੋ ਨਰ ਆਤੁਰ ਹਵੈ ਇੱਕ ਬੇਰਾ, ਕਹੈ ਗੁਰੂ ਹਰਗੋਬਿੰਦ ਅਬ ਮੈਂ ਤੇਰਾ। ਕਹਿੰਦੇ ਕੋਈ ਬੰਦਾ ਦੁਖੀ ਹੋ ਕੇ ਕਹਿ ਦਵੇ ਨਾ ਬਈ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਹੁਣ ਤੇਰਾ, ਕਹਾਂ ਕਠਿਨ ਹੈ ਇਹਾਂ ਛੁਟਾਵਨ, ਨਿਕਟ ਨਾ ਦੇਉ ਦੂਤ ਜਮ ਆਵਨ। ਕਹਿੰਦੇ ਤੇਰੀ ਦੁਨਿਆਵੀ ਪ੍ਰੋਬਲਮ ਤਾਂ ਕਿੱਡੀ ਕੁ ਵੱਡੀ ਗੱਲ ਹੋਏਗੀ, ਕੋਈ ਤੈਨੂੰ ਹੈਲਥ ਪ੍ਰੋਬਲਮ ਹੋਏਗੀ, ਕੋਈ ਤੈਨੂੰ ਸਮਾਜ ਤੋਂ ਪ੍ਰੋਬਲਮ ਹੋਏਗੀ, ਕੋਈ ਫੈਮਿਲੀ ਪ੍ਰੋਬਲਮ ਹੋਏਗੀ, ਉਹ ਵੱਡੀ ਗੱਲ ਨਹੀਂ ਹੈ ਸੌਟ ਆਊਟ ਕਰਨੀ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਂ ਤੈਨੂੰ ਜਮਾਂ ਤੋਂ ਵੀ ਛੁਡਾ ਲਵਾਂਗਾ ਜੇ ਕੋਈ ਪ੍ਰੇਮ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਾਮ ਲੈ ਲਵੇ। ਪੰਜ ਪੁੱਤਰ ਇਨ ਤੇ ਉਤਪੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਮਹਾਬਲੀ ਪੁੱਤਰ ਹੋਏ ਨੇ, ਜਿਨ੍ਹਾਂ ਤੋਂ ਅੰਦਰੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਤੋਂ ਅੱਗੇ ਬਾਬਾ ਧੀਰਮਲ ਤੇ ਗੁਰੂ ਹਰਰਾਏ ਸਾਹਿਬ, ਜਿਨ੍ਹਾਂ ਨੂੰ 7ਵੀਂ ਪਾਤਸ਼ਾਹੀ ਗੁਰਤਾ ਗੱਦੀ ਮਿਲੀ ਹੈ। ਦੂਸਰੇ ਬਾਬਾ ਸੂਰਜਮਲ ਜੀ, ਤੀਸਰੇ ਅਣੀ ਰਾਏ ਜੀ,
ਚੌਥੇ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਹਿੰਦੂ ਧਰਮ ਤੋਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ। ਜੇਠੋ ਸ਼੍ਰੀ ਬਾਬਾ ਗੁਰਦਿੱਤਾ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਸੀਗੇ, ਜਿਨ੍ਹਾਂ ਤੋਂ ਉਦਾਸੀ ਸੰਪਰਦਾ ਬਾਬਾ ਸ਼੍ਰੀ ਚੰਦ ਜੀ ਨੇ ਸਪੁਰਦ ਕੀਤੀ। ਸੂਰਜ ਮਲ ਅਰ ਅਨਿਰਾਏ ਭਨ। ਬਾਬਾ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਦੂਸਰੇ ਪੁੱਤਰ ਬਾਬਾ ਸੂਰਜ ਮਲ ਤੇ ਤੀਸਰੇ ਅਣੀ ਰਾਏ ਜੀ। ਅਟਲ ਰਾਏ ਬ੍ਰਹਮ ਗਿਆਨ ਸਭਿਨ ਮਨ। ਬਾਬਾ ਅਟਲ ਰਾਏ ਜੀ ਨੂੰ ਬ੍ਰਹਮ ਗਿਆਨ ਦ੍ਰਿੜ ਸੀਗਾ। ਖਾਲਸਾ ਜੀ, ਬਾਬਾ ਅਟਲ ਰਾਏ ਜੀ ਦਾ ਇਤਿਹਾਸ ਤੁਸੀਂ ਸਾਰੇ ਪੰਜਾਬ ਤੋਂ ਆਏ ਹੋ, ਜਾਣਦੇ ਹੋ। ਬਾਬਾ ਅਟਲ ਰਾਏ ਜੀ ਦਾ ਜਿਹੜਾ ਦਿਓਰ ਹੈ ਨਾ, ਉਹ ਦਰਬਾਰ ਸਾਹਿਬ ਬਣਿਆ ਹੋਇਆ ਹੈ। ਜਦੋਂ ਅਸੀਂ ਦਰਬਾਰ ਸਾਹਿਬ ਤੋਂ ਮਾਤਾ ਗੰਗਾ ਜੀ ਦੀ ਸਰਾਂ ਵੱਲ ਜਾਈਏ ਨਾ, ਤੇ ਇੱਕ 9 ਮੰਜ਼ਲੀ ਬਿਲਡਿੰਗ ਹੈ, ਤੇ ਉੱਥੇ ਉਹ 9 ਮੰਜ਼ਲੀ ਬਿਲਡਿੰਗ ਉਹਨਾਂ ਦੀ ਉਮਰ ਦੇ ਯਾਦ ਤੋਂ ਬਣਾਈ ਹੋਈ ਹੈ। ਛੋਟੀ ਉਮਰ ਦੇ ਸੀਗੇ, ਬਚਨ ਦੇ ਅੰਦਰ ਵਾਕ ਸਿੱਧੀ ਸੀਗੀ। ਵਾਕ ਸਿੱਧੀ ਉਹ ਹੁੰਦੀ ਹੈ ਕਿ ਕੋਈ ਵੀ ਮੂੰਹ ਤੋਂ ਬਚਨ ਕਿਹਾ ਜਾਏ ਉਹ ਸੱਤ ਹੋ ਜਾਂਦਾ ਹੈ। ਗੁਰਸਿੱਖਾਂ ਦੇ ਅੰਦਰ ਆਮ ਉਹ ਖੇਡ ਹੋ ਜਾਂਦੀ ਹੈ, ਪਰ ਉਸ ਵੱਲ ਤਵੱਜੋ ਨਹੀਂ ਦਿੰਦੇ। ਰਹੋ ਵਿਚਾਰ, ਬਾਬਾ ਅਟਲ ਰਾਏ ਜੀ ਤੇ ਆਪਣੇ ਦੋਸਤ ਦੇ ਨਾਲ ਲੁੱਕਣ ਮਿੱਟੀ ਖੇਲ ਰਹੇ ਸੀਗੇ। ਲੁੱਕਣ ਮਿੱਟੀ ਦਾ ਖੇਲ ਜਿਵੇਂ ਅਸੀਂ ਹਾਈਡ ਐਂਡ ਸੀਕ ਬੋਲਦੇ ਹਾਂ। ਤੇ ਪਹਿਲੇ ਦਿਨ ਵਾਰੀ ਸੀਗੀ ਮੋਹਣ ਦੀ, ਤੇ ਸਾਰੇ ਪਹਿਲੇ ਦਿਨ ਵਾਰੀ ਸੀ ਬਾਬਾ ਅਟਲ ਰਾਏ ਜੀ ਤੇ ਨਾਲ ਦੋਸਤਾਂ ਦੀ। ਉਹ ਸਾਰੇ ਛੁਪ ਗਏ, ਹਨੇਰਾ ਪੈ ਗਿਆ, ਗੇਮ ਓਵਰ ਹੋ ਗਈ, ਖਤਮ ਹੋ ਗਈ ਉਸ ਦਿਨ ਦੀ ਗੇਮ। ਅਗਲਾ ਦਿਨ ਆਇਆ, ਮੋਹਣ ਦੀ ਵਾਰੀ ਸੀ, ਪਰ ਰਾਤੀ ਉਹਨੂੰ ਸੱਪ ਲੜ ਗਿਆ ਤੇ ਉਹ ਚੜ੍ਹਾਈ ਕਰ ਗਿਆ ਬਾਬਾ ਮੋਹਣ। ਤੇ ਬਾਬਾ ਅਟਲ ਰਾਏ ਜੀ ਮੋਹਣ ਜੀ ਦੇ ਘਰ ਜਾਂਦੇ ਨੇ, ਕਹਿੰਦੇ ਮੋਹਣ ਚੱਲ ਤੇਰੀ ਵਾਰੀ ਹੈ, ਖੜਾ ਹੋ, ਅਸੀਂ ਲੁੱਕਣ ਮਿੱਟੀ ਖੇਲ ਰਹੇ ਸੀ, ਕੱਲ ਹਨੇਰਾ ਪੈ ਗਿਆ ਸੀ, ਚੱਲ ਜਿਸ ਤਰ੍ਹਾਂ ਬੱਚੇ ਬੋਲਦੇ ਨੇ। ਬਾਬਾ ਜੀ ਛੋਟੀ ਜੀ ਛੜੀ ਲੈ ਕੇ ਆਏ, ਬੱਚਿਆਂ ਦੀ ਤਰ੍ਹਾਂ ਬਚਨ ਕਿਹਾ। ਉਹਨਾਂ ਦੇ ਮਾਤਾ ਪਿਤਾ ਜੀ ਨੇ ਕਿਹਾ, ਬਾਬਾ ਜੀ ਜਿੱਥੇ ਇਹ ਚਲੇ ਗਏ ਨੇ ਹੁਣ ਉੱਥੇ ਸਾਡੀ ਆਵਾਜ਼ ਨਹੀਂ ਜਾਂਦੀ। ਤੇ ਉੱਥੇ ਫਿਰ ਮਾਤਾ ਜੀ ਦੇ ਮੋਹਣ ਦੇ ਮਾਤਾ ਜੀ ਨੇ ਕਿਹਾ ਕਿ ਬਾਬਾ ਜੀ ਸਾਡੀ ਤਾਂ ਆਵਾਜ਼ ਨਹੀਂ ਜਾਂਦੀ, ਅਸੀਂ ਨਹੀਂ ਇਹਨੂੰ ਬੁਲਾ ਸਕਦੇ, ਚੜ੍ਹਾਈ ਕਰ ਗਿਆ। ਉਹ ਕਹਿੰਦੇ ਇਹਨਾਂ ਦੀ ਆਵਾਜ਼ ਨਹੀਂ ਜਾਂਦੀ, ਸਾਡੀ ਤਾਂ ਜਾਂਦੀ ਹੈ ਨਾ। ਬਾਬਾ ਅਟਲ ਜੀ ਨੇ ਆਪਣੀ ਖੂੰਟੀ ਦੇ ਨਾਲ ਮੋਹਣ ਨੂੰ ਸਈਆ ਦੇ ਪਏ ਨੂੰ ਖੂੰਟੀ ਪਾਈ, ਉਹਨੂੰ ਦੂਜੇ ਪਾਸੇ ਕਰਿਆ, ਹੱਥਲਾ ਪਾਸਾ ਗਰਦਨ ਵਾਲੇ ਪਾਸਿਓਂ ਪਾੜ ਕੇ ਖੜਾ ਕਰ ਲਿਆ ਮੋਹਣ। ਤੇ ਮੋਹਣ ਨੂੰ ਕਿਹਾ ਚੱਲ ਵਾਰੀ ਖੇਡ। ਉਹ ਸਾਰੇ ਬੱਚੇ ਦੁਬਾਰਾ ਖੇਡਣ ਚੱਲ ਪਏ, ਬੱਚਾ ਸੁਰਜੀਤ ਹੋ ਗਿਆ। ਇਹ ਗੱਲ ਪੂਰੇ ਅੰਮ੍ਰਿਤਸਰ ਨਗਰ ਦੇ ਅੰਦਰ ਡੰਕੇ ਦੀ ਚੋਟ ਤੇ ਵੱਜ ਪਈ। ਗੁਰੂ ਹਰਗੋਬਿੰਦ ਸਾਹਿਬ ਦੇ ਜੋ ਸਪੁੱਤਰ ਨੇ ਬਾਬਾ ਅਟਲ ਜੀ, ਉਹ ਤੇ ਕਰਾਮਾਤੀ ਨੇ। ਗੁਰੂ ਹਰਗੋਬਿੰਦ ਸਾਹਿਬ ਤੱਕ ਵੀ ਗੱਲ ਪਹੁੰਚੀ। ਬਾਬੇ ਬਿਧੀ ਚੰਦ ਕਿਆਂ ਨੇ ਦੱਸਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਬਾਬੇ ਅਟਲ ਰਾਏ ਨੂੰ ਬੁਲਾਓ। ਜਦੋਂ ਬੁਲਾਇਆ, ਗੁਰੂ ਹਰਗੋਬਿੰਦ ਸਾਹਿਬ ਨੇ ਇੱਕੋ ਗੱਲ ਕਹੀ ਕਿ ਆ ਪੁੱਤਰ, ਅਸੀਂ ਧਰਤੀ ਤੇ ਰੱਬ ਦੇ ਸ਼ਰੀਕ ਬਣਨ ਨਹੀਂ ਆਏ। ਅਸੀਂ ਵੀ ਜਿੰਦਾ ਕਰ ਸਕਦੇ ਸੀ ਮੋਹਣ ਨੂੰ, ਪਰ ਗੁਰੂ ਘਰ ਦੇ ਅੰਦਰ ਮਰਿਆਦਾ ਸਰਵੋਤਮ ਹੈ, ਗੁਰੂ ਦਾ ਭਾਣਾ ਸਭ ਤੋਂ ਉੱਤੇ ਹੈ। ਹੁਣ ਜਾਂ ਤਾਂ ਤੁਸੀਂ ਸਰੀਰ ਛੱਡ ਜਾਓ ਜਾਂ ਸਾਨੂੰ ਸਰੀਰ ਛੱਡਣਾ ਪਵੇਗਾ। ਬ੍ਰਹਮ ਗਿਆਨੀ ਬਾਬਾ ਅਟਲ ਰਾਏ ਜੀ ਨੇ 7 ਬਚਨ ਕਿਹਾ, ਚਿੱਟਾ ਚਾਦਰਾ ਮੂੰਹ ਤੇ ਪਾਇਆ, ਉਸੇ ਵੇਲੇ ਸਰੀਰ ਤਿਆਗ ਦਿੱਤਾ ਤੇ ਆਪਣਾ ਸਰੀਰ ਜਿਹੜਾ ਹੈ ਉਹ ਜੋਤੀ ਸੰਗ ਜੋਤ ਮਿਲਾਈ। ਬਾਬਾ ਜੀ ਨੇ ਆਪਣੀ ਜੋਤ ਜਿਹੜੀ ਸੀਗੀ ਜੋਤ ਨਾਲ ਮਿਲਾ ਲਈ। ਸੋ ਬਾਬਾ ਅਟਲ ਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚੌਥੇ ਨੰਬਰ ਦੇ ਫਰਜ਼ੰਦ ਸੀ। ਪੰਚਮ ਤੇ ਸ੍ਰੀ ਤੇਗ ਬਹਾਦਰ। ਬ੍ਰਹਮ ਗਿਆਨੀ ਸੀਗੇ ਬਾਬਾ ਅਟਲ ਰਾਏ ਜੀ। ਉਹਨਾਂ ਤੋਂ ਬਾਅਦ ਹਿੰਦੂ ਧਰਮ ਤੋਂ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਖਾਲਸਾ ਜੀ, ਧਰਤੀ ਦੇ ਉੱਤੇ ਇਹ ਗੱਲ ਸਾਰੇ ਹੀ ਮਤਾਂ ਨੇ ਮੰਨੀ ਹੈ ਕਿ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਦੇ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਵੱਡੀ ਕੁਰਬਾਨੀ ਅੱਜ ਤੱਕ ਬ੍ਰਹਿਮੰਡ ਦੇ ਅੰਦਰ ਕਿਸੇ ਨੇ ਨਹੀਂ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਲਮ ਦੇ ਅੰਦਰ ਇਹ ਤੱਕ ਲਿਖ ਦਿੱਤਾ, ਪਾਤਸ਼ਾਹ ਨੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। 33 ਕਰੋੜ ਦੇਵੀ ਦੇਵਤਿਆਂ ਨੇ ਵੀ ਜੈ ਜੈਕਾਰ ਕਰ ਦਿੱਤੀ ਕਿ ਆ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਚਾਂਦਨੀ ਚੌਂਕ ਦੇ ਉੱਤੇ ਜੋ ਮਹਾਰਾਜ ਨੇ ਮੱਘਰ ਸੁਦੀ ਪੰਜਵੀਂ 1675 ਨੂੰ ਦਿੱਤੀ ਹੈ, ਉਹ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ। ਹਿੰਦੂ ਧਰਮ ਦੀ ਰੱਖਿਆ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਭੇਟ ਕਰ ਦਿੱਤਾ। ਨਿਕਟ ਬਿਠਾਵਹਿ ਜਿਨ ਪਿਤ ਸਾਦਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪੰਜੋ ਪੁੱਤਰਾਂ ਚੋਂ ਨਾ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੋਦੀ ਬਾਂਧਦੇ ਸੀਗੇ। ਉਹਦਾ ਕਾਰਨ ਕੀ ਸੀਗਾ? ਕਈ ਵਾਰੀ ਸੰਗਤ ਨੇ ਕਹਿਣਾ, ਮਹਾਰਾਜ
ਤੁਹਾਡੇ ਚਾਰੋਂ ਪੁੱਤਰਾਂ ਦੇ ਅੰਦਰ ਕੋਈ ਕਮੀ ਨਹੀਂ। ਜਿਹੜੇ ਬਾਬਾ ਗੁਰਦਿੱਤਾ ਜੀ ਨੇ ਉਹ ਵੀ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਏ ਜੀ, ਬਾਬਾ ਟਲ ਰਾਏ ਜੀ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੀਸ ਬਿਠਾ ਕੇ ਗੋਦੀ ਦੇ ਅੰਦਰ ਉਹਨਾਂ ਦੇ ਕੇਸਾਂ ਤੇ ਹੱਥ ਫੇਰਦੇ ਹੋ, ਸੀਸ ਤੇ ਹੱਥ ਫੇਰਦੇ ਹੋ। ਤੇ ਫਿਰ ਮਹਾਰਾਜ ਨੇ ਇੱਕ ਦਿਨ ਸੰਗਤ ਦੇ ਬਾਰ-ਬਾਰ ਪੁੱਛਣ ਤੋਂ ਬਾਅਦ ਕਿਹਾ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਇਸ ਸੀਸ ਨੇ ਬਹੁਤ ਵੱਡੀ ਕੁਰਬਾਨੀ ਦੇਣੀ ਹੈ। ਇਸ ਸੀਸ ਨੇ ਕੁਰਬਾਨੀ ਆਪਣੇ ਲਈ ਨਹੀਂ ਦੇਣੀ, ਇਸ ਸੀਸ ਨੇ ਕੁਰਬਾਨੀ ਉਹਨਾਂ ਲਈ ਦੇਣੀ ਹੈ ਜਿਹੜੇ ਇਹਨਾਂ ਦੇ ਕੁਝ ਵੀ ਨਹੀਂ ਲੱਗਦੇ, ਪਰ ਇਹਨਾਂ ਨੇ ਉਹਨਾਂ ਦੀ ਬਾहें ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾहें ਨਾ ਛੋਡੀ ਹੈ। ਇਹਨਾਂ ਨੇ ਬਾਹ ਨਹੀਂ ਛੱਡਣੀ। ਸਾਨੂੰ ਇਹਨਾਂ ਤੇ ਪਿਆਰ ਆਉਂਦਾ, ਸਾਨੂੰ ਇਹਨਾਂ ਦੇ ਅੰਦਰੋਂ ਨੌਵੀਂ ਗੁਰਤਾ ਗੱਦੀ ਦੀ ਝਲਕ ਦਿਸਦੀ ਹੈ। ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤਾਂ ਹੀ ਨਾਮ ਤਿਆਗਮੱਲ ਵੀ ਸੀਗਾ ਤੇ ਤੇਗ ਬਹਾਦਰ ਵੀ ਸੀਗਾ, ਕਿਉਂਕਿ ਉਹਨਾਂ ਨੇ ਤੇਗ ਦਾ ਵਾਰ ਸੀਸ ਤੇ ਸਾਰਿਆ ਸੀ। ਤੇ ਚੌਥੇ ਜੰਗ ਦੇ ਅੰਦਰ ਮੁਗਲਸ ਖਾਨ ਨੂੰ ਧੂਲ ਚਟਾਈ ਸੀਗੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਆਪਣੀ ਗੋਦੀ 'ਚ ਬਾਂਧਦੇ ਸੀਗੇ। ਸ੍ਰੀ ਗੁਰੂ ਹਰਗੋਬਿੰਦ ਸਮਸ਼ੇਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਤਾਂ ਮਹਾਬਲੀ ਅਵਤਾਰ ਸੀਗੇ। ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੰਗ ਦੇ ਅੰਦਰ ਜ਼ੋਹਰ ਨੇ ਨਾ, ਉਹ ਕਵੀ ਰਾਏ ਭਾਈ ਸੰਤੋਖ ਸਿੰਘ ਜੀ ਨੇ ਖੋਲੇ ਨੇ। ਕਹਿੰਦੇ ਚੌਥੇ ਜੰਗ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਜਦੋਂ ਚੰਦੂ ਦਾ ਪੁੱਤਰ ਚੜ ਕੇ ਆਂਦਾ ਹੈ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਹੱਥ ਦੇ ਅੰਦਰ ਪਿਸਤੌਲ ਹੈ ਤੇ ਸਾਹਮਣੇ ਕਰਮਚੰਦ ਖੜਾ ਹੈ, ਤੇ ਮਹਾਰਾਜ ਦੇ ਖੱਬੇ ਹੱਥ ਦੇ ਅੰਦਰ ਤੇਗ ਹੈ ਤੇ ਢਾਲ ਪਿੱਛੇ ਪਾਈ ਹੋਈ ਹੈ। ਮਹਾਰਾਜ ਨੇ ਦੁਸ਼ਮਣਾਂ ਦਾ ਵਾਰ ਢਾਲ ਨਾਲ ਪਿੱਠ ਤੇ ਲੈ ਕੇ ਬਈ ਆਪਣੇ ਸਰੀਰ ਨੂੰ ਬਚਾਇਆ। ਉਹਦੇ ਬਾਅਦ ਪਿਸਤੌਲ ਦੇ ਨਾਲ ਦੂਰ ਚੜੇ ਵੈਰੀ ਨੂੰ ਮਾਰਿਆ। ਖੱਬੇ ਹੱਥ ਦੇ ਨਾਲ ਘੋੜੇ ਤੇ ਚੜੇ ਦੁਸ਼ਮਣ ਨੂੰ ਝਟਕਾਇਆ। ਉਹ ਤੇਗ ਅੰਦਰ ਗਾਤਰੇ ਪਾ ਕੇ ਮਹਾਰਾਜ ਨੇ ਗੁਰਜ ਕੱਢਿਆ। ਫਿਰ ਉਹ ਤੀਸਰੇ ਵੈਰੀ ਦੇ ਸਿਰ 'ਚ ਮਾਰਿਆ। ਇਹ ਸਾਰੀ ਕਿਰਿਆ ਮਹਾਰਾਜ ਨੇ ਅੱਖ ਦੇ ਇੱਕ ਫੋਰ 'ਚ ਕਰ ਲਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਂ ਦੇ ਉੱਤੇ ਜੋ ਬੁੱਢਾ ਦਲ ਚੱਲਦਾ, ਬਾਬਾ ਬੁੱਢਾ ਜੀ ਨੇ ਚਲਾਇਆ, ਉਹਨਾਂ ਦੇ ਅੰਦਰ ਸੰਪਰਦਾ ਦੇ ਅੰਦਰ ਇੱਕ ਬਚਨ ਚੱਲਿਆ ਆ ਰਿਹਾ ਸੀਗਾ। ਦਾਸ ਨੂੰ ਵੀ ਦਾਸ ਦੇ ਵਿਦਿਆ ਗੁਰੂ ਗਿਆਨੀ ਸ਼ੇਰ ਸਿੰਘ ਜੀ ਨੇ ਦੱਸਿਆ। ਕਹਿੰਦੇ ਬੁੱਢੇ ਦਲ ਦੇ ਅੰਦਰ 4 ਐਸੇ ਵਾਰ ਸੀਗੇ ਜਿਨ੍ਹਾਂ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਾਰਾਂ ਦਾ ਬੁੱਢੇ ਦਲ ਦੇ ਅੰਦਰ ਸੀਨਾ ਬਸੀਨਾ ਚੱਲਦੇ ਆ ਰਹੇ ਸੀ। ਤੇ ਉਹ ਵਾਰ ਤਦੇ ਕਰੇ ਜਾਂਦੇ ਸੀਗੇ ਜਦੋਂ ਵੈਰੀ ਨੂੰ ਕੇਵਲ ਮਾਰਨਾ ਹੀ ਹੋਵੇ। ਤੇ ਪਰ ਉਸ ਵਾਰ ਨੂੰ ਸਿਖਾਉਣ ਤੋਂ ਪਹਿਲਾਂ 14-15 ਸਾਲ ਉਹ ਸਿੰਘ ਬੁੱਢਾ ਦਲ ਰਹਿ ਕੇ ਸੇਵਾ ਕਰਦਾ ਸੀ। ਨਾਮ ਭਗਤੀ ਬਾਣੀ ਦੇ ਅੰਦਰ ਦ੍ਰਿੜ ਹੁੰਦਾ ਸੀ। ਉਹ ਚਾਰੋਂ ਵਾਰ ਤਾਂ ਦ੍ਰਿੜ ਕਰਾਏ ਜਾਂਦੇ ਸਨ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਲੈ ਕੇ ਆ ਜਾਂਦਾ ਸੀ ਵੀ ਇਹ ਵਾਰ ਕਦੇ ਵੀ ਆਪਣੀ ਰੱਖਿਆ ਲਈ ਨਹੀਂ ਵਰਤਣੇ। ਜਦੋਂ ਧਰਮ ਦੇ ਉੱਤੇ ਰੱਖਿਆ ਕਿਸੇ ਦੀ ਕਰਨੀ ਹੋਵੇ, ਕਿਸੇ ਗਊ ਗਰੀਬ ਦੀ ਰੱਖਿਆ ਕਰਨੀ ਹੋਵੇ, ਇਹ ਵਾਰ ਤਾਂ ਚਲਾਉਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਕਸਮ ਖਵਾ ਕੇ ਤਦ ਉਹ ਵਾਰ ਸਿਖਾਏ ਜਾਂਦੇ ਸਨ। ਸੋ ਬਾਬਾ ਸੰਤਾ ਸਿੰਘ ਜੀ ਜੋ ਬੁੱਢੇ ਦਲ ਦੇ 13ਵੇਂ ਮੁਖੀ ਨੇ, ਉਹਨਾਂ ਨੂੰ ਬਾਬਾ ਚੇਤ ਸਿੰਘ ਜੀ ਨੇ ਉਹ ਵਾਰ ਸਿਖਾਏ ਸੀ। ਤਦ ਤੱਕ ਤੇ ਉਹ ਮਰਿਆਦਾ ਸੁਰਜੀਤ ਸੀ, ਅੱਜ ਦਾ ਪਤਾ ਨਹੀਂ। ਸੋ ਰਹੋ ਵਿਚਾਰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਮਰਿਆਦਾ ਨੂੰ ਸੁਰਜੀਤ ਰੱਖਿਆ। ਤੇ ਮਹਾਬਲੀ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਅੱਗੇ ਕਥਾ ਗੁਰ ਪ੍ਰਣਾਲੀ ਦੇ ਅੰਦਰ ਜਿਸ ਤਰ੍ਹਾਂ ਚੱਲੇਗੀ, ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। हे गोबिंद हे गोपाल हे दयाल लाल, प्राणनाथ ना सखे दीन दर्द निवार। हे समर्थ अगम पूर्ण मोहे मया तार,
ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਚਿਤ ਪਈ ਫਿਰ ਨਾ ਮਿਟੈ ਨਿਤ ਨੀਤ। ਨਾਨਕ ਗੁਰ ਤੇ ਥਿਤ ਪਾਈ ਫਿਰ ਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।